ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਦੋ ਅਜਿਹੀ ਮੰਦਭਾਗੀ ਦੁਖਦਾਈ ਘਟਨਾਵਾਂ ਬਾਰੇ ਜੋ ਭਾਰਤ ਦੇਸ਼ ਹੀ ਨਹੀਂ ਦੁਨੀਆ ਭਰ 'ਚ ਵਾਪਰ ਰਹੀਆਂ ਨੇ ਤੇ ਜਿਸ ਨਾਲ ਜਿਹੜਾ ਹੈਗਾ ਜਿੱਥੇ ਭਾਰਤ ਦੇਸ਼ ਦੇ ਵਿੱਚ ਥਾਂ ਥਾਂ ਟਕਰਾਅ ਹੋ ਰਹੇ ਨੇ, ਤਣਾਅ ਵਾਲਾ ਮਾਹੌਲ ਬਣਿਆ ਹੋਇਆ, ਉੱਥੇ ਹੀ ਜਿਹੜਾ ਹੈਗਾ ਅਫਗਾਨਿਸਤਾਨ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ 'ਤੇ ਹਮਲਾ ਹੁੰਦਾ ਹੈ ਅਤੇ ਉੱਥੇ ਦੇ ਕੀ ਹਾਲਾਤ ਹੈ ਉਹਨਾਂ ਬਾਰੇ ਗੱਲਬਾਤ ਕਰਾਂਗੇ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕਰਾਂਗੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਜਿਹੜਾ ਅੱਜ ਸਵੇਰੇ ਹਮਲਾ ਹੋਇਆ। ਉਹ ਹਮਲਾ ਬਹੁਤ ਹੀ ਦੁਖਦਾਈ ਰਿਹਾ, ਜਿਸ ਦੇ ਵਿੱਚ ਹੁਣ ਤੱਕ ਪਤਾ ਲੱਗ ਰਿਹਾ ਵੀ ਕਿ 2 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 7 ਦੇ ਕਰੀਬ ਵਿਅਕਤੀ ਜ਼ਖਮੀ ਨੇ। ਦੋਸਤੋ, ਜੋ ਹੁਣ ਤੱਕ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਇਹੀ ਗੱਲ ਸਾਹਮਣੇ ਆ ਰਹੀ ਹੈ ਵੀ ਕਿ ਇਹ ਹਮਲਾ ਜਿਹੜਾ ISIS ਵੱਲੋਂ ਜਿਹੜਾ ਹੈਗਾ ਕੀਤਾ ਗਿਆ, ਅੰਜਾਮ ਦਿੱਤਾ ਗਿਆ। ਅਤੇ ਦੱਸ ਦਈਏ ਵੀ ਕਿ ਅੱਜ ਸਵੇਰੇ ਲਗਭਗ 6 ਵਜੇ ਦੇ ਕਰੀਬ ਜਦੋਂ ਗੁਰਦੁਆਰਾ ਕਰਤੇ ਪ੍ਰਵਾਨ ਦੇ ਗ੍ਰੰਥੀ ਗੁਰਦੁਆਰਾ ਸਾਹਿਬ 'ਚ ਪਹੁੰਚਦੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲੱਗਦੇ ਨੇ, ਤਾਂ ਉਸੇ ਸਮੇਂ ਜਿਹੜਾ ਹੈਗਾ ਇਹ ਗੁਰਦੁਆਰਾ ਸਾਹਿਬ 'ਤੇ ਹਮਲਾ ਹੁੰਦਾ ਹੈ। ਅਤੇ ਹਮਲੇ ਦੇ ਵਿੱਚ ਤੋਂ ਬਾਅਦ ਜਿਹੜਾ ਹੈਗਾ 2 ਤੋਂ 3 ਧਮਾਕੇ ਹੋਣ ਦੀ ਜਿਹੜਾ ਖਬਰਾਂ ਸਾਹਮਣੇ ਆ ਰਹੀਆਂ ਨੇ ਵੀ ਕਿ ਗੁਰਦੁਆਰਾ ਸਾਹਿਬ 'ਚ 2 ਤੋਂ 3 ਧਮਾਕੇ ਹੋਏ ਨੇ ਅਤੇ ਹੋਰ ਵੀ ਜਿਹੜਾ ਹੈਗਾ ਇਸ ਤਰ੍ਹਾਂ ਦੇ ਹਾਲਾਤ ਉੱਥੇ ਬਹੁਤ ਮਾੜੇ ਹੋਏ ਨੇ। ਪਰ ਉੱਥੇ ਹਾਜ਼ਰ ਜਿਹੜੇ ਗ੍ਰੰਥੀ ਸੀਗੇ, ਹੈੱਡ ਗ੍ਰੰਥੀ, ਉਹਨਾਂ ਵੱਲੋਂ ਬਹੁਤ ਹੀ ਸੂਝ ਨਾਲ ਕੰਮ ਕਰਦਿਆਂ ਜਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਹੀ ਸਨਮਾਨਿਤ ਢੰਗ ਨਾਲ ਇੱਕ ਬਚਾਅ ਕਰਦੇ ਹੋਏ ਆਪਣੇ ਘਰ ਦੇ ਵਿੱਚ ਜਿਹੜਾ ਹੈਗਾ ਸ਼ਿਫਟ ਕੀਤਾ ਗਿਆ। ਅਤੇ ਹੁਣ ਤੱਕ ਅਫਗਾਨਿਸਤਾਨ ਦੇ ਜਿਹੜੇ ਗ੍ਰਹਿ ਮੰਤਰਾਲੇ ਤੋਂ ਗੱਲਾਂ ਸਾਹਮਣੇ ਆ ਰਹੀਆਂ ਨੇ ਤਾਂ ਉਹ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਵੀ ਕਿ ਹਮਲਾਵਰਾਂ ਨੂੰ ਜਿਹੜਾ ਹੈਗਾ ਮਾਰ ਦਿੱਤਾ ਗਿਆ। ਬਾਕੀ ਇਸ 'ਚ ਕਿੰਨੀ ਕੁ ਸੱਚਾਈ ਹੈ ਤਾਂ ਉੱਥੇ ਦੀ ਮੀਡੀਆ 'ਚ ਹੋਰ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਹੁਣ ਤੱਕ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ। ਦੋਸਤੋ, ਇਹ ਘਟਨਾ ਬਹੁਤ ਹੀ ਜਿਹੜੀ ਹੈਗੀ ਹੈ ਦੁਖਦਾਈ ਹੈ, ਪਰ ਇਸ ਦੇ ਨਾਲ ਹੀ ਜਿਹੜਾ ਹੈਗਾ ਇਹ ਸਾਬਤ ਹੁੰਦਾ ਵੀ ਕਿ ਇਹ ਸਾਰਾ ਕੁਝ ਜਿਹੜਾ ਹੈਗਾ ਧਾਰਮਿਕ ਕੱਟੜਤਾ ਕਰਕੇ ਵਾਪਰ ਰਿਹਾ ਵੀ ਕਿ ਅਫਗਾਨਿਸਤਾਨ 'ਚ ਜਿਵੇਂ ਕਿ ਕੋਈ ਲੁਕਿਆ ਹੋਇਆ ਨਹੀਂ, ਸਭ ਦੇ ਸਾਹਮਣੇ ਹੈ ਵੀ ਕਿ ਉੱਥੇ ਧਾਰਮਿਕ ਕੱਟੜਤਾ ਕਿੰਨੀ ਜ਼ਿਆਦਾ ਹੈ। ਅਤੇ ਇਹ ਕੱਟੜਤਾ ਕਦੀ ਅਫਗਾਨਿਸਤਾਨ 'ਚ ਹੀ ਨਹੀਂ ਦੁਨੀਆ ਭਰ ਦੇ ਵਿੱਚ ਫੈਲਦੀ ਜਾ ਰਹੀ ਹੈ। ਅਤੇ ਅਫਗਾਨਿਸਤਾਨ ਹੋਵੇ, ਪਾਕਿਸਤਾਨ ਹੋਵੇ, ਸ਼੍ਰੀਲੰਕਾ ਹੋਵੇ, ਬੰਗਲਾਦੇਸ਼ ਹੋਵੇ, ਹਰ ਥਾਂ 'ਤੇ ਜਿਹੜਾ ਹੈਗਾ ਧਾਰਮਿਕ ਕੱਟੜਤਾ ਨੂੰ ਆਧਾਰਿਤ ਇਸ ਤਰ੍ਹਾਂ ਦੇ ਕਈ ਹਮਲੇ ਜਿਹੜਾ ਅਕਸਰ ਅਸੀਂ ਦੇਖਦੇ ਹਾਂ ਹੁੰਦੇ ਰਹਿੰਦੇ ਨੇ। ਅਤੇ ਹੁਣ ਜੇਕਰ ਦੇਖੀਏ ਤਾਂ ਆਪਾਂ ਭਾਰਤ ਦੇਸ਼ ਦੇ ਵਿੱਚ ਧਾਰਮਿਕ ਕੱਟੜਤਾ ਦੇ ਆਧਾਰ 'ਤੇ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ, ਹਮਲੇ ਹੋ ਰਹੇ ਨੇ, ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਹੈਗਾ ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ। ਤਾਂ ਇਹ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈ, ਪਰ ਗੱਲ ਕਰੀਏ ਤਾਂ ਇਹ ਬਹੁਤ ਹੀ ਖਤਰਨਾਕ ਰੁਝਾਨ ਹੈ, ਖਤਰਨਾਕ ਗੱਲ ਹੈ। ਅਤੇ ਸਾਰਿਆਂ ਨੂੰ, ਸਾਡੀਆਂ ਸਰਕਾਰਾਂ ਨੂੰ ਵੀ ਅਤੇ ਦੇਸ਼ ਦੇ ਲੋਕਾਂ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਵੀ ਕਿ ਧਾਰਮਿਕ ਕੱਟੜਤਾ ਕਰਕੇ ਕਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ, ਕਿਹੋ ਜਿਹਾ ਮਾਹੌਲ ਬਣਦਾ ਜਾ ਰਿਹਾ। ਇਸ ਮਾਹੌਲ ਨੂੰ ਸੋਚਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ, ਤਾਂ ਜੋ ਇਸ ਤਰ੍ਹਾਂ ਦੀ ਜਿਹੜੇ ਹਾਲਾਤ ਨੇ ਉਹ ਮੁੜ ਨਾ ਬਣ ਸਕਣ। ਪਰ ਮੌਜੂਦਾ ਸਮੇਂ ਸਭ ਤੋਂ ਵੱਡੀ ਲੋੜ ਇਹ ਹੈ ਅਫਗਾਨਿਸਤਾਨ ਦੇ ਵਿੱਚ ਜਿਹੜਾ ਸਾਡੇ ਸਿੱਖ ਭਾਈਚਾਰੇ ਦੇ ਲੋਕ ਹੈ ਉਹਨਾਂ ਦਾ ਸਾਥ ਦਿੱਤਾ ਜਾਵੇ, ਉਹਨਾਂ ਦੇ ਨਾਲ ਖੜਿਆ ਜਾਵੇ। ਗੱਲ ਕਰੀਏ ਤਾਂ ਸਾਡੀ ਪੰਜਾਬ ਸਰਕਾਰ ਵੀ ਜਿਹੜਾ ਇਸ ਹਮਲੇ ਦੀ ਨਿੰਦਾ ਕਰ ਰਹੀ ਹੈ, ਕੇਂਦਰ ਸਰਕਾਰ ਵੀ ਕਰ ਰਹੀ ਹੈ, ਹੋਰ ਵੱਖ-ਵੱਖ ਸੂਬਿਆਂ ਦੀ ਸਰਕਾਰਾਂ, ਸਿਆਸੀ ਆਗੂ ਜਿਹੜੇ ਨੇ ਇਸ ਘਟਨਾ ਦੀ ਨਿੰਦਾ ਕਰ ਰਹੇ ਨੇ। ਪਰ ਹੁਣ ਲੋੜ ਹੈ ਕੇਂਦਰ ਸਰਕਾਰ ਨੂੰ ਅਫਗਾਨਿਸਤਾਨ ਸਰਕਾਰ ਨਾਲ ਸੰਪਰਕ ਕਰਨ ਦੀ, ਉੱਥੇ ਦੇ ਸਾਡੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਬਹਾਲ ਕਰਨ ਦੀ, ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ। ਅਤੇ ਦੇਖੀਏ ਤਾਂ ਹੁਣ ਤਾਂ ਸਾਡੇ ਜਿਹੜਾ ਹੈਗਾ ਤਾਲੀਬਾਨ ਨਾਲ ਸੰਬੰਧਾਂ ਨੂੰ ਲੈ ਕੇ ਵੀ ਗੱਲਬਾਤ ਚੱਲ ਰਹੀ ਹੈ ਵੀ ਕਿ ਉਸ 'ਚ ਸੁਧਾਰ ਹੋ ਰਿਹਾ, ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਗੱਲ ਜਿਹੜੀ ਹੈ ਸਾਹਮਣੇ ਆ ਰਹੀ ਹੈ। ਅਤੇ ਹੁਣ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਲੋੜ ਹੈ ਵੀ ਕਿ ਉੱਥੇ ਤਾਲੀਬਾਨ ਨਾਲ ਜਿਹੜਾ ਹੈਗਾ ਸੰਪਰਕ ਕਰੇ ਅਤੇ ਅਫਗਾਨਿਸਤਾਨ 'ਚ ਜਿਹੜੇ ਵੀ ਸਾਡੇ ਸਿੱਖ ਭਾਈਚਾਰੇ ਦੇ ਲੋਕ ਵਸੇ ਹੋਏ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਯਕੀਨੀ ਬਣਾਈ ਜਾਵੇ ਅਤੇ ਯਕੀਨੀ ਦਵਾਇਆ ਜਾਵੇ ਵੀ ਕਿ ਭਵਿੱਖ ਦੇ ਵਿੱਚ ਅਜਿਹੀ ਘਟਨਾਵਾਂ ਨਾ ਵਾਪਰਨ ਅਤੇ ਉੱਥੇ ਸਾਡੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਜਾਂ ਹੋਰ ਸਾਡੇ ਜਿਹੜੇ ਚਾਹੇ ਹਿੰਦੂ ਆ ਚਾਹੇ ਸਿੱਖ ਹੈ ਉਹਨਾਂ ਦੀ ਸੁਰੱਖਿਆ ਜਿਹੜਾ ਯਕੀਨੀ ਬਣਾਈ ਜਾਵੇ। ਇਸ ਲਈ ਕੇਂਦਰ ਸਰਕਾਰ ਨੂੰ ਜਿਹੜਾ ਪੁਰਜ਼ੋਰ ਜੱਦੋ ਜਹਿਦ ਕਰਨ ਦੀ ਲੋੜ ਹੈ। ਅਤੇ ਇਸ ਦੇ ਨਾਲ ਹੀ ਦੂਜੀ ਗੱਲ ਕਰੀਏ ਤਾਂ ਦੂਜੀ ਦੁਖਦਾਈ ਘਟਨਾ ਕਹਿ ਲਈਏ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ 3-4 ਦਿਨ ਪਹਿਲਾਂ ਜਿਹੜਾ ਦੇਸ਼ ਦੇ ਵਿੱਚ ਫੌਜ ਦੇ ਵਿੱਚ ਭਰਤੀ ਕਰਨ ਲਈ ਇੱਕ ਅਗਨੀਪਥ ਯੋਜਨਾ ਜਿਹੜਾ ਲਾਗੂ ਕਰਨ ਦਾ ਐਲਾਨ ਕੀਤਾ ਸੀ ਵੀ ਕਿ ਅਸੀਂ ਫੌਜ ਦੇ ਵਿੱਚ 4 ਸਾਲਾਂ ਲਈ ਅਗਨੀਵੀਰਾਂ ਦੀ ਭਰਤੀ ਕਰਾਂਗੇ।
ਜਿਸ ਦੇ ਵਿੱਚੋਂ 4 ਸਾਲਾਂ ਬਾਅਦ 25% ਨੂੰ ਅੱਗੇ ਜਿਹੜਾ ਹੈਗਾ ਉਹਨਾਂ ਦੀ ਜਿਹੜਾ ਹੈਗਾ ਕੰਮਕਾਰ ਨੂੰ ਦੇਖਦੇ ਹੋ, ਉਹਨਾਂ ਦੀ ਪਰਫੋਰਮੈਂਸ ਨੂੰ ਦੇਖਦੇ ਹੋਏ ਮੁੜ ਤੋਂ ਜਿਹੜਾ ਹੈਗਾ ਅੱਗੇ ਕੰਟੀਨਿਊ ਕਰਵਾਇਆ ਜਾਵੇਗਾ। ਪਰ ਬਾਕੀ ਜਿਹੜੇ 75% ਸਾਡੇ ਨੌਜਵਾਨ ਨੇ ਉਹਨਾਂ ਨੂੰ 10 ਤੋਂ 11 ਲੱਖ ਰੁਪਏ ਦਾ ਜਿਹੜਾ ਇੱਕ ਦੇ ਕੇ ਸਰਕਾਰ ਕਹਿ ਰਹੀ ਆ ਅਸੀਂ ਉਹਨਾਂ ਨੂੰ ਰਿਟਾਇਰ ਕਰ ਦਾਂਗੇ, ਸੇਵਾ ਮੁਕਤ ਕਰਕੇ ਘਰ ਭੇਜ ਦਾਂਗੇ। ਉਸ ਦਾ ਦੇਸ਼ ਭਰ ਦੇ ਵਿੱਚ ਜਿਹੜਾ ਹੈਗਾ ਵਿਰੋਧ ਹੋ ਰਿਹਾ। ਗੱਲ ਕਰੀਏ ਤਾਂ ਇਹ ਵਿਰੋਧ ਉੱਤਰ ਪ੍ਰਦੇਸ਼, ਬਿਹਾਰ, ਆਂਧਰਾ ਪ੍ਰਦੇਸ਼ ਤੋਂ ਸ਼ੁਰੂ ਹੋ ਕੇ ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਵੱਡੇ ਪੱਧਰ 'ਤੇ ਹੁਣ ਅੱਜ ਟਕਰਾਅ ਹੋਏ ਨੇ। ਰੇਲ ਗੱਡੀਆਂ ਨੂੰ ਸਾੜਿਆ ਜਾ ਰਿਹਾ ਹੈ, ਪੁਲਿਸ ਦੀ ਗੱਡੀਆਂ ਨੂੰ ਸਾੜਿਆ ਜਾ ਰਿਹਾ ਹੈ, ਪੁਲਿਸ ਦੇ ਨਾਲ ਟਕਰਾਅ ਹੋ ਰਿਹਾ, ਪਥਰਾਅ ਹੋ ਰਹੇ ਨੇ। ਹਾਲਾਤ ਜਿਹੜੇ ਨੇ ਬਹੁਤ ਹੀ ਤਣਾਅ ਵਾਲੇ ਬਣੇ ਹੋਏ ਨੇ, ਹਿੰਸਕ ਘਟਨਾਵਾਂ ਹੋ ਰਹੀਆਂ ਨੇ। ਪਰ ਸਾਡੀ ਕੇਂਦਰ ਸਰਕਾਰ ਇਸ ਬਾਰੇ ਬਿਲਕੁਲ ਵੀ ਸੋਚਣ ਲਈ ਤਿਆਰ ਨਹੀਂ ਹੈ, ਨਾ ਹੀ ਇਸ ਬਾਰੇ ਧਿਆਨ ਦੇ ਰਹੀ ਆ ਉਹ। ਪਰ ਨੌਜਵਾਨਾਂ ਦੀ ਇੱਕੋ ਮੰਗ ਹੈ, ਲੋਕਾਂ ਦੀ ਇੱਕੋ ਮੰਗ ਹੈ ਵੀ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵਿੱਚ ਜਿਹੜੀ ਅਗਨੀਪਥ ਯੋਜਨਾ ਲਾਗੂ ਕਰਨ ਦਾ ਇੱਕ ਫੈਸਲਾ ਕੀਤਾ ਗਿਆ, ਇਸ ਫੈਸਲੇ ਨੂੰ ਵਾਪਸ ਲਿਆ ਜਾਵੇ। ਕਿਉਂਕਿ ਇਸ ਨਾਲ ਸਿਰਫ 4 ਸਾਲਾਂ ਦਾ ਜਿਹੜਾ ਹੈਗਾ ਇੱਕ ਫੌਜ ਦੇ ਵਿੱਚ ਕਾਰਜਕਾਲ ਰਹਿ ਜਾਏਗਾ ਅਤੇ ਉਸ ਤੋਂ ਬਾਅਦ 75% ਲੋਕ ਜਿਹੜੇ ਨੇ ਉਹ ਵਿਹਲੇ ਹੋ ਜਾਣਗੇ, ਸੇਵਾ ਮੁਕਤ ਹੋ ਜਾਣਗੇ। ਇਸ ਕਰਕੇ ਸਾਰੇ ਹੀ ਜਿਹੜਾ ਹੈਗਾ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ। ਪਰ ਦੋਸਤੋ ਉਰੇ ਜੇਕਰ ਗੱਲ ਕਰੀਏ ਤਾਂ 2-3 ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਸ ਬਾਰੇ ਸਰਕਾਰ ਨੂੰ ਵੀ, ਹਰ ਵਿਅਕਤੀ ਨੂੰ, ਲੋਕਾਂ ਨੂੰ ਸੋਚਣ ਦੀ ਲੋੜ ਹੈ। ਜੇ ਗੱਲ ਕਰੀਏ ਤਾਂ ਸਰਕਾਰਾਂ ਜਿਹੜੀਆਂ ਨੇ ਲੋਕ ਪੱਖੀ ਫੈਸਲੇ ਲੈਂਦੀਆਂ ਨੇ, ਲੋਕਾਂ ਦੇ ਪੱਖ 'ਚ ਫੈਸਲੇ ਲੈਂਦੀਆਂ ਨੇ। ਉਹਨਾਂ ਦਾ ਕੰਮ ਹੈ, ਉਹਨਾਂ ਦੀ ਡਿਊਟੀ ਹੈ। ਤਦੇ ਲੋਕਾਂ ਵੱਲੋਂ ਜਿਹੜਾ ਹੈਗਾ ਸਿਆਸੀ ਆਗੂਆਂ ਨੂੰ ਚੁਣ ਕੇ ਵਿਧਾਨ ਸਭਾ 'ਚ, ਲੋਕ ਸਭਾ 'ਚ ਭੇਜਿਆ ਜਾਂਦਾ। ਅਤੇ ਗੱਲ ਕਰੀਏ ਤਾਂ ਸਰਕਾਰਾਂ ਵੱਲੋਂ ਇਹ ਕਿਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਨੇ ਜਿਹਦਾ ਦੇਸ਼ ਭਰ 'ਚ ਲੋਕ ਵਿਰੋਧ ਕਰ ਰਹੇ ਨੇ। ਪਹਿਲਾਂ ਜੇਕਰ ਦੇਖੀਏ ਤਾਂ 3 ਖੇਤੀ ਕਾਨੂੰਨ ਲਿਆਂਦੇ ਗਏ ਜਿਸ ਦੇ ਖਿਲਾਫ 1 ਸਾਲ ਦੇਸ਼ ਦੇ ਵਿੱਚ ਜਿਹੜਾ ਹੈਗਾ ਸੰਘਰਸ਼ ਚੱਲਿਆ ਅਤੇ ਉਸ ਤੋਂ ਬਾਅਦ ਸਰਕਾਰ ਨੂੰ ਇਹ ਤਿੰਨੋਂ ਖੇਤੀ ਕਾਨੂੰਨ ਜਿਹੜੇ ਨੇ ਵਾਪਸ ਲੈਣੇ ਪਏ, ਰੱਦ ਕਰਨੇ ਪਏ। ਉਸ ਤੋਂ ਬਾਅਦ ਹੁਣ ਸਰਕਾਰ ਅਗਨੀਪਥ ਯੋਜਨਾ ਲਿਆ ਕੇ ਨੌਜਵਾਨਾਂ 'ਤੇ ਜਿਹੜਾ ਹੈਗਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਰਕੇ ਹਾਲਾਤ ਬੜੇ ਨੇ ਜਿਹੜੇ ਟਕਰਾਅ ਵਾਲੇ ਬਣੇ ਹੋਏ ਨੇ। ਦੋਸਤੋ ਗੱਲ ਕਰੀਏ ਤਾਂ ਇਸ ਤੋਂ ਪਹਿਲੀਆਂ ਸਰਕਾਰਾਂ ਵੀ ਨੇ ਵੀ ਕਈ ਅਜਿਹੇ ਇਤਿਹਾਸਕ ਫੈਸਲੇ ਲਏ ਨੇ ਜਿਨ੍ਹਾਂ ਦੀ ਅੱਜ ਤੱਕ ਦੇਸ਼ ਦੇ ਵਿੱਚ ਸ਼ਲਾਘਾ ਹੋ ਰਹੀ ਹੈ। ਲੋਕ ਜਿਹੜੇ ਨੇ ਉਹਦੀ ਪ੍ਰਸ਼ੰਸਾ ਕਰ ਰਹੇ ਨੇ ਅਤੇ ਉਹਨਾਂ ਦੀ ਨਿਯਮਾਂ ਦੀ ਪਾਲਣਾ ਕਰ ਰਹੇ ਨੇ। ਅਤੇ ਉਦਾਹਰਨ ਵਜੋਂ ਗੱਲ ਕਰੀਏ ਤਾਂ ਕਿਸੇ ਸਮੇਂ ਭਾਰਤ ਦੇਸ਼ ਦੇ ਵਿੱਚ ਖੇਤੀ ਖੇਤਰ ਨੂੰ ਜਿਹੜਾ ਹੈਗਾ ਬਰਾਬਰ ਦਾ ਦਰਜਾ ਦੇਣ ਲਈ ਜਿਹੜਾ ਹੈਗਾ ਸਰਕਾਰਾਂ ਵੱਲੋਂ ਇੱਕ ਜੱਦੋ ਜਹਿਦ ਕੀਤੀ ਗਈ, ਇੱਕ ਪਹਿਲ ਕਦਮੀ ਕੀਤੀ ਗਈ। ਇਹ ਗੱਲਾਂ ਨੇ 1964-65 ਤੋਂ ਪਹਿਲਾਂ ਦੀਆਂ। ਪਰ ਉਸ ਸਮੇਂ ਭਾਰਤ ਦੇਸ਼ ਦੇ ਵਿੱਚ ਦੇਖੀਏ ਤਾਂ ਕਣਕ ਦੇ ਝੋਨੇ ਦੀ ਜਿਹੜੀ ਪੈਦਾਵਾਰ ਸੀ ਉਹ ਬਹੁਤ ਘੱਟ ਸੀਗੀ। ਅਸੀਂ ਵਿਦੇਸ਼ਾਂ ਤੋਂ ਜਿਹੜਾ ਉਹ ਦਰਾਮਦ ਕਰਦੇ ਸੀ। ਇਸ ਕਰਕੇ ਇਹ ਚੀਜ਼ ਮੁਮਕਿਨ ਨਹੀਂ ਸੀ। ਪਰ ਸਰਕਾਰਾਂ ਵੱਲੋਂ ਜਿਹੜਾ ਇੱਕ ਪਲੈਨਿੰਗ ਕੀਤੀ ਗਈ, ਖੇਤੀ ਮਾਹਰਾਂ ਨਾਲ ਇੱਕ ਬੈਠ ਕੇ ਰਣਨੀਤੀ ਤਿਆਰ ਕੀਤੀ ਗਈ, ਗੱਲ ਕੀਤੀ ਗਈ, ਤਾਂ ਉਸ ਸਮੇਂ ਸਰਕਾਰ ਵੱਲੋਂ ਜਿਹੜਾ ਹੈਗਾ ਇੱਕ ਗ੍ਰੀਨ ਰੈਵੋਲੂਸ਼ਨ ਜਿਹੜਾ ਹੈਗਾ ਲਿਆਉਣ ਦਾ ਇੱਕ ਪ੍ਰੋਗਰਾਮ ਤਿਆਰ ਕੀਤਾ ਗਿਆ, ਇੱਕ ਨੀਤੀ ਬਣਾਈ ਗਈ। ਜੇ ਗ੍ਰੀਨ ਰੈਵੋਲੂਸ਼ਨ ਦੀ ਗੱਲ ਕਰੀਏ ਤਾਂ ਸਰਕਾਰ ਨੇ ਇਹ ਵੀ ਇੱਕ ਨੀਤੀ ਬਣਾਈ ਵੀ ਗ੍ਰੀਨ ਰੈਵੋਲੂਸ਼ਨ ਦੀ ਸ਼ੁਰੂਆਤ ਜਿਹੜੀ ਹੈ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਹੋਰ ਜਿੰਨੇ ਵੀ ਦੇਸ਼ ਦੇ ਖੇਤੀ ਪ੍ਰਧਾਨ ਸੂਬੇ ਨੇ ਜਾਂ ਖੇਤੀ ਖੇਤਰ ਨਾਲ ਸੰਬੰਧਿਤ ਇਲਾਕੇ ਨੇ ਉਸ ਥਾਵਾਂ ਤੋਂ ਜਿਹੜਾ ਹੈਗਾ ਗ੍ਰੀਨ ਰੈਵੋਲੂਸ਼ਨ ਦੀ ਸ਼ੁਰੂਆਤ ਕੀਤੀ। ਕਿਉਂਕਿ ਇਹ ਜਿਹੜੇ ਇਲਾਕੇ ਸੀਗੇ ਇਹ ਖੇਤੀ ਪ੍ਰਧਾਨ ਥਾਵਾਂ ਨੇ ਅਤੇ ਉਸ ਤੋਂ ਇਲਾਵਾ ਜੇਕਰ ਦੇਖੀਏ ਤਾਂ ਇਹਨਾਂ ਇਲਾਕਿਆਂ ਦੇ ਲੋਕ ਬਹੁਤ ਮਿਹਨਤੀ ਮੰਨੇ ਜਾਂਦੇ ਨੇ। ਗੱਲਾਂ ਕਈ ਤਰ੍ਹਾਂ ਦੀ ਕੀਤੀਆਂ ਵੀ ਕਿ ਇਸ ਕਰਕੇ ਜਿਹੜਾ ਸਰਕਾਰਾਂ ਵੱਲੋਂ ਉੱਥੇ ਗ੍ਰੀਨ ਰੈਵੋਲੂਸ਼ਨ ਲਿਆਉਣ ਦੀ ਗੱਲ ਕੀਤੀ। ਗ੍ਰੀਨ ਰੈਵੋਲੂਸ਼ਨ ਲਈ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਵਧੀਆ ਜਿਹੜੇ ਨੇ ਬੀਜ ਦਿੱਤੇ ਗਏ, ਖਾਦ ਮੁਹੱਈਆ ਕਰਵਾਈ ਗਈ, ਕੀਟਨਾਸ਼ਕ ਦਿੱਤੇ ਗਏ। ਇੰਨਾ ਹੀ ਨਹੀਂ, ਸਮੇਂ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਟਰੈਕਟਰ ਅਤੇ ਹੋਰ ਮਸ਼ੀਨਰੀ ਜਿਹੜਾ ਮੁਹੱਈਆ ਕਰਵਾਉਣ ਦੀ ਇੱਕ ਵਿਊਤਬੰਦੀ ਕੀਤੀ ਗਈ, ਪਲੈਨਿੰਗ ਕੀਤੀ ਗਈ। ਪਰ ਜੇਕਰ ਦੇਖੀਏ ਤਾਂ ਟਰੈਕਟਰ ਜਾਂ ਹੋਰ ਸੰਦ ਔਜ਼ਾਰਾਂ ਲਈ ਕਿਸਾਨਾਂ ਨੂੰ ਪੈਸੇ ਦੀ ਲੋੜ ਸੀ। ਪਰ ਉਸ ਸਮੇਂ ਕਿਸਾਨਾਂ ਕੋਲ ਆਮਦਨ ਦੇ ਵੱਡੇ ਸਰੋਤ ਨਾ ਹੋਣ ਕਰਕੇ ਕਈ ਤਰ੍ਹਾਂ ਦੇ ਵਿੱਤੀ ਤੌਰ 'ਤੇ ਵੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਉਸ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਵਿੱਤੀ ਤੌਰ 'ਤੇ ਜਿਹੜਾ ਹੈਗਾ ਮਜ਼ਬੂਤ ਕਰਨ ਲਈ ਬੈਂਕਾਂ ਨਾਲ ਸੰਪਰਕ ਕੀਤਾ, ਬੈਂਕਾਂ ਤੋਂ ਜਿਹੜਾ ਹੈਗਾ ਕਿਸਾਨਾਂ ਨੂੰ ਲੋਨ ਦਿਵਾਏ। ਉਸੇ ਲੋਨ ਦੇ ਚੱਲਦੇ ਕਿਸਾਨਾਂ ਨੇ ਟਰੈਕਟਰ ਲਿੱਤੇ, ਹੋਰ ਸੰਦ ਔਜ਼ਾਰ ਦੀ ਜਿਹੜਾ ਖਰੀਦ ਕੀਤੀ ਅਤੇ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਅਤੇ ਉਸੇ ਸਦਕਾ ਦੇਖੀਏ ਤਾਂ 1970-72 ਤੋਂ ਭਾਰਤ ਦੇਸ਼ ਦੇ ਵਿੱਚ ਜਿਹੜਾ ਝਾੜ ਵਧਣਾ ਸ਼ੁਰੂ ਹੋ ਗਿਆ ਸੀ। ਅਤੇ ਅੱਜ ਜਿਹੜਾ ਹੈਗਾ ਭਾਰਤ ਦੇਸ਼ ਚਾਹੇ ਕਣਕ ਹੈ, ਝੋਨਾ ਹੈ ਜਾਂ ਹੋਰ ਜਿੰਨੀ ਵੀ ਫਸਲ ਹੈ ਉਹਨਾਂ ਦੀ ਪੈਦਾਵਾਰ 'ਚ ਦੇਖੀਏ ਤਾਂ ਵਿਦੇਸ਼ਾਂ ਨਾਲੋਂ ਕਿਤੇ ਅੱਗੇ ਹੈ।
ਮੋਹਰੀ ਜਿਹੜਾ ਹੈਗਾ ਭੂਮਿਕਾ ਨਿਭਾ ਰਿਹਾ ਹੈ। ਤਾਂ ਉਸ ਸਮੇਂ ਦੀ ਸਰਕਾਰਾਂ ਵੱਲੋਂ ਜਿਹੜਾ ਇਸ ਤਰ੍ਹਾਂ ਦੇ ਕਈ ਵੱਡੇ ਅਜਿਹੇ ਫੈਸਲੇ ਲਏ ਗਏ, ਪਰ ਉਹਨਾਂ ਫੈਸਲਿਆਂ ਨੂੰ ਲੈਣ ਲਈ ਸਰਕਾਰ ਵੱਲੋਂ ਜਿਹੜਾ ਇੱਕ ਪਲੈਨਿੰਗ ਕੀਤੀ ਗਈ, ਇੱਕ ਰਣਨੀਤੀ ਤਿਆਰ ਕੀਤੀ ਗਈ, ਇੱਕ ਪੂਰਾ ਪੈਕੇਜ ਸਿਸਟਮ ਤਿਆਰ ਕੀਤਾ ਗਿਆ ਕਿ ਇਸ ਲਈ ਕਿਸਾਨਾਂ ਨੂੰ ਕਿਸ ਕਿਸ ਚੀਜ਼ ਦੀ ਲੋੜ ਪਵੇਗੀ, ਕਿਸ ਤਰ੍ਹਾਂ ਆਰਥਿਕ ਜਾਂ ਵਿੱਤੀ ਸੰਕਟ ਜਿਹੜਾ ਖੜਾ ਹੋ ਰਿਹਾ ਜਾਂ ਕਿਸਾਨ ਜਿਹੜਾ ਵਿੱਤੀ ਤੌਰ 'ਤੇ ਆਪਣੇ ਆਪ ਨੂੰ ਕਮਜ਼ੋਰ ਮੰਨ ਰਹੇ ਨੇ ਉਸ ਨੂੰ ਕਿਵੇਂ ਪੂਰਿਆ ਜਾ ਸਕਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪਲੈਨਿੰਗ ਕਰਦੇ ਹੋਏ ਜਿਹੜਾ ਗ੍ਰੀਨ ਰੈਵੋਲੂਸ਼ਨ ਨੂੰ ਸਿਰੇ ਚਾੜਿਆ ਗਿਆ, ਗ੍ਰੀਨ ਰੈਵੋਲੂਸ਼ਨ ਨੂੰ ਲਾਗੂ ਕੀਤਾ ਜਾ ਸਕਿਆ ਸੀ। ਪਰ ਗੱਲ ਕਰੀਏ ਮੌਜੂਦਾ ਸਰਕਾਰ ਦੀ, ਤਾਂ ਮੌਜੂਦਾ ਸਰਕਾਰ ਵੱਲੋਂ ਪਹਿਲਾਂ ਚਾਹੇ 3 ਖੇਤੀ ਕਾਨੂੰਨ ਲਿਆਉਣ ਦੀ ਗੱਲ ਕੀਤੀ ਗਈ, ਅਤੇ ਹੁਣ ਜਿਹੜਾ ਹੈਗਾ ਇਹ ਅਗਨੀਪਥ ਯੋਜਨਾ ਲਾਗੂ ਕਰਨ ਦਾ ਜਿਹੜਾ ਇੱਕ ਐਲਾਨ ਕੀਤਾ ਗਿਆ। ਇਹ ਸਾਰੇ ਹੀ ਫੈਸਲੇ ਕੇਂਦਰ ਸਰਕਾਰ ਦੇ ਅਜਿਹੇ ਸਾਬਤ ਹੋ ਰਹੇ ਨੇ ਵੀ ਕਿ ਲੋਕ ਇਹਨਾਂ ਦਾ ਵਿਰੋਧ ਕਰ ਰਹੇ ਨੇ, ਕਿਉਂਕਿ ਇਹ ਹੁਣ ਤੱਕ ਇਹ ਨਹੀਂ ਸਮਝ ਆ ਰਿਹਾ ਸਰਕਾਰ ਵੱਲੋਂ ਕਿਸ ਪਲੈਨਿੰਗ ਨਾਲ ਜਾਂ ਕਿਸ ਨੀਤੀ, ਕਿਸ ਵਿਊਤਬੰਦੀ ਨਾਲ ਜਿਹੜਾ ਇਹਨਾਂ ਜਿਹੜੇ ਵੀ ਇਹ ਕਾਨੂੰਨ ਲਿਆਂਦੇ ਜਾ ਰਹੇ ਨੇ ਜਾਂ ਯੋਜਨਾ ਲਿਆਂਦੀ ਗਈ ਹੈ ਇਹਨਾਂ ਨੂੰ ਲਾਗੂ ਕੀਤਾ ਜਾ ਰਿਹਾ। ਗੱਲ ਕਰੀਏ ਤਾਂ ਸਾਡੇ ਸੁਰੱਖਿਆ ਮਾਹਰਾਂ ਦਾ ਕਹਿਣਾ ਹੈ, ਉਹਨਾਂ ਵੱਲੋਂ ਵੀ ਇਸ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ, ਅਤੇ ਕੇਂਦਰ ਦੀ ਇਸ ਯੋਜਨਾ ਨੂੰ ਲੈ ਕੇ ਮੁੱਖ ਤੌਰ 'ਤੇ 2-3 ਗੱਲਾਂ ਵੀ ਸਾਹਮਣੇ ਆ ਰਹੀਆਂ ਨੇ। ਗੱਲ ਕਰੀਏ ਤਾਂ ਮੌਜੂਦਾ ਸਮੇਂ ਭਾਰਤ ਦੇ ਚੀਨ ਦੇ ਨਾਲ ਜਿਹੜੇ ਹਾਲਾਤ ਨੇ ਉਹ ਬੜੇ ਤਣਾਅ ਵਾਲੇ ਬਣੇ ਹੋਏ ਨੇ। ਟਕਰਾਅ ਜਿਹੜਾ ਕਿਸੇ ਸਮੇਂ ਵੀ ਹੋ ਸਕਦਾ। ਸਾਡਾ ਜ਼ਮੀਨ ਨੂੰ ਲੈ ਕੇ, ਉੱਥੇ ਬਾਰਡਰ ਏਰੀਆ ਨੂੰ ਲੈ ਕੇ ਅਕਸਰ ਅਸੀਂ ਦੇਖਦੇ ਹਾਂ ਉੱਥੇ ਟਕਰਾਅ ਜਿਹੜਾ ਚੱਲਦਾ ਰਹਿੰਦਾ, ਅਤੇ ਉਸ ਦੇ ਬਾਵਜੂਦ ਜਿਹੜਾ ਹੈਗਾ ਸਰਕਾਰ ਇਸ ਤਰ੍ਹਾਂ ਦੀ ਸੁਰੱਖਿਆ ਦੇ ਵਿੱਚ ਇੱਕ ਵੱਡਾ ਜਿਹੜਾ ਹੈਗਾ ਫੇਰ ਬਦਲ ਕਰਨ ਦੇ ਫੈਸਲੇ ਲਿਆ ਰਹੀ ਹੈ। ਅਤੇ ਦੂਜੀ ਗੱਲ ਕਰੀਏ ਤਾਂ ਸਾਡੇ ਆਰਮੀ ਚੀਫ ਜਿਹੜੇ ਸੀ ਬਿਪਿਨ ਰਾਵਤ ਸਾਹਿਬ ਦੀ ਵੀ ਜਿਹੜਾ ਇੱਕ ਹਾਦਸੇ 'ਚ ਮੌਤ ਹੋ ਗਈ ਸੀ, ਅਤੇ ਉਸ ਤੋਂ ਬਾਅਦ ਹਾਲੇ ਤੱਕ ਅਸੀਂ ਨਵੇਂ ਆਰਮੀ ਚੀਫ ਦੀ ਵੀ ਚੋਣ ਨਹੀਂ ਕਰ ਸਕੇ। ਅਤੇ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਇਸ ਤਰ੍ਹਾਂ ਦਾ ਖਿਲਵਾੜ ਕਰ ਰਹੀ ਹੈ, ਜਿਸ ਦਾ ਦੇਸ਼ ਦੇ ਵਿੱਚ ਨੌਜਵਾਨ ਜਿਨ੍ਹਾਂ ਵੱਲੋਂ ਕੱਲ੍ਹ ਨੂੰ ਦੇਸ਼ ਦੀ ਸੁਰੱਖਿਆ ਲਈ ਚਾਹੇ ਆਰਮੀ ਦੇ ਵਿੱਚ, ਨੇਵੀ ਦੇ ਵਿੱਚ, ਏਅਰ ਫੋਰਸ ਦੇ ਵਿੱਚ ਭਰਤੀ ਹੋਣਾ, ਉਹ ਨੌਜਵਾਨ ਹੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ। ਤਾਂ ਸਰਕਾਰਾਂ ਨੂੰ ਜਿਹੜਾ ਇਸ ਬਾਰੇ ਸੋਚਣਾ ਚਾਹੀਦਾ, ਅਤੇ ਸੁਰੱਖਿਆ ਮਾਹਰਾਂ ਵੱਲੋਂ ਵੀ ਇਸ ਅਗਨੀਪਥ ਯੋਜਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ। ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਕਿ ਇਹ 4 ਸਾਲਾਂ ਦੀ ਜਿਹੜੀ ਕੰਮਕਾਜ ਦੀ ਫੌਜ ਦੇ ਵਿੱਚ ਭਰਤੀ ਦੀ ਯੋਜਨਾ ਹੈ ਇਹ ਕਾਮਯਾਬ ਨਹੀਂ ਹੋ ਸਕੇਗੀ। ਫੌਜ ਦੇ ਜਿਹੜੇ ਸਾਬਕਾ ਅਧਿਕਾਰੀਆਂ ਦਾ, ਸਾਬਕਾ ਫੌਜੀਆਂ ਦਾ ਕਹਿਣਾ ਹੈ ਕਿ ਇੱਕ ਫੌਜੀ ਨੂੰ ਤਿਆਰ ਕਰਨ ਲਈ ਲਗਭਗ ਜਿਹੜਾ 6 ਮਹੀਨੇ ਤੋਂ 1 ਸਾਲ ਤੱਕ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਸ ਟ੍ਰੇਨਿੰਗ ਤੋਂ ਬਾਅਦ ਜਿਹੜਾ ਹੈਗਾ ਉਸਨੂੰ ਹੋਰ ਕਈ ਤਰ੍ਹਾਂ ਦੀ ਸਿਖਲਾਈਆਂ ਦੇਣੀਆਂ ਪੈਂਦੀਆਂ। ਅਤੇ ਗੱਲ ਕਰੀਏ ਤਾਂ ਉਹਨਾਂ ਦਾ ਸਪਸ਼ਟ ਤੌਰ 'ਤੇ ਕਹਿਣਾ ਵੀ ਕਿ ਟ੍ਰੇਨਿੰਗ ਹੀ ਜਿਹੜਾ ਹੈਗਾ ਇੱਕ ਫੌਜੀ ਨੂੰ ਤਿਆਰ ਕਰਨ ਲਈ ਕੋਈ ਕਾਫੀ ਨਹੀਂ ਹੁੰਦੀ। ਉਸ ਤੋਂ ਬਾਅਦ ਜਿਹੜਾ ਉਸਨੂੰ ਰਹਿਣ ਸਹਿਣ, ਤਜਰਬਾ, ਹੋਰ ਵੀ ਕਈ ਚੀਜ਼ਾਂ ਜਿਹੜਾ ਮਾਨਸਿਕ ਤੌਰ 'ਤੇ ਮਜ਼ਬੂਤ ਕਰਨ ਲਈ ਉਹ ਚੀਜ਼ਾਂ ਸਾਰੀਆਂ 3 ਤੋਂ 4 ਸਾਲਾਂ ਦੇ ਇੱਕ ਸਮੇਂ ਤੋਂ ਬਾਅਦ ਤਿਆਰ ਕੀਤੀਆਂ ਜਾਂਦੀਆਂ ਨੇ। ਉਹਨਾਂ ਦੇ ਮਤਲਬ ਕਹਿਣ ਤੋਂ ਸਪਸ਼ਟ ਹੈ ਵੀ ਕਿ ਇੱਕ ਫੌਜੀ ਨੂੰ ਤਿਆਰ ਕਰਨ ਲਈ 3 ਤੋਂ 4 ਸਾਲਾਂ ਦਾ ਕੁੱਲ ਸਮਾਂ ਜਿਹੜਾ ਹੈਗਾ ਘੱਟੋ ਘੱਟ ਲੱਗਦਾ। ਅਤੇ ਸਰਕਾਰ ਜਿਹੜਾ ਫੌਜੀ ਦੀ ਇੱਕ ਦੀ ਜਿਹੜੇ ਹੈਗਾ ਕੰਮਕਾਜ ਦਾ ਸਮਾਂ 4 ਸਾਲ ਨਿਰਧਾਰਿਤ ਕਰ ਰਹੀ ਹੈ। ਇਸ 'ਚੋਂ ਦੇਖੀਏ ਤਾਂ 1 ਸਾਲ ਦੇ ਕਰੀਬ 6 ਮਹੀਨੇ ਤੋਂ 1 ਸਾਲ ਸਮਾਂ ਜਿਹੜਾ ਹੈਗਾ ਉਸੇ ਟ੍ਰੇਨਿੰਗ 'ਚ ਨਿਕਲ ਜਾਵੇਗਾ, ਅਤੇ ਉਸ ਤੋਂ ਬਾਅਦ ਫੌਜੀਆਂ ਨੂੰ ਛੁੱਟੀ ਵੀ ਦੇਣੀ ਹੁੰਦੀ ਹੈ, ਜਾਂ ਹੋਰ ਕਹੀਏ ਵੀ ਕਿ ਜਦੋਂ ਉਹਦੇ 2 ਤੋਂ 3 ਸਾਲ ਦਾ ਸਮਾਂ ਗੁਜ਼ਰ ਜਾਵੇਗਾ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਇੱਕ ਮਾਨਸਿਕ ਤੌਰ 'ਤੇ ਮਾਨਸਿਕ ਤਣਾਅ ਦੇ ਵਿੱਚ ਵੀ ਹੋਵੇਗਾ ਵੀ ਕਿ ਪਤਾ ਨਹੀਂ ਅਗਲੇ ਸਾਲ ਤੋਂ ਬਾਅਦ ਜਿਹੜਾ ਹੈਗਾ ਉਹ ਫੌਜ ਵਿੱਚ ਕੰਟੀਨਿਊ ਕਰੇਗਾ ਜਾਂ ਉਸਨੂੰ ਘਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਇਸ ਤਰ੍ਹਾਂ ਹੀ ਕਈ ਤਰ੍ਹਾਂ ਦੇ ਜਿਹੜੇ ਮਾਨਸਿਕ ਤੌਰ 'ਤੇ ਵੀ ਉਹ ਕਮਜ਼ੋਰੀਆਂ ਦਾ ਸਾਹਮਣਾ ਕਰ ਰਿਹਾ, ਕਮਜ਼ੋਰੀਆਂ ਪੇਸ਼ ਆਉਣਗੀਆਂ। ਇਸ ਲਈ ਸਰਕਾਰਾਂ ਨੂੰ ਚਾਹੀਦਾ ਉਹ ਇਸ ਬਾਰੇ ਵਿਚਾਰ ਕਰੇ, ਇਸ ਬਾਰੇ ਰਣਨੀਤੀ ਤਿਆਰ ਕਰੇ, ਕਿਉਂਕਿ ਜਿਹੜੇ ਇਹ ਨੌਜਵਾਨ ਨੇ ਸਾਡੇ ਦੇਸ਼ ਦੇ ਉਹ ਜਿਹੜੇ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਗੇ ਤਦੀ ਉਹ ਦੇਸ਼ ਦੀ ਸੁਰੱਖਿਆ ਦੇ ਵਿੱਚ ਦੇਸ਼ ਲਈ ਜਿਹੜਾ ਹੈਗਾ ਆਪਣੀ ਜਿੰਦ ਜਾਨ ਵਾਰਨ ਲਈ ਤਿਆਰ ਰਹਿਣਗੇ। ਸਾਡੇ ਦੇਸ਼ ਦੇ ਵੱਡੀ ਗਿਣਤੀ 'ਚ ਨੌਜਵਾਨ ਫੌਜ 'ਚ ਭਰਤੀ ਹੋਣ ਨੂੰ ਤਿਆਰ ਰਹਿੰਦੇ ਨੇ, ਫੌਜ 'ਚ ਭਰਤੀ ਹੋਣ ਲਈ ਉਹ ਟ੍ਰੇਨਿੰਗ ਲੈ ਰਹੇ ਨੇ, ਪਰ ਜਿਹੜਾ ਇਹ 4 ਸਾਲਾਂ ਦਾ ਕੰਮਕਾਜ ਦਾ ਸਮਾਂ, 4 ਸਾਲਾਂ ਦੀ ਕਾਰਗੁਜ਼ਾਰੀ ਹੈ, ਉਸ ਤੋਂ ਸਾਰੇ ਨਾਰਾਜ਼ ਦਿਖਾਈ ਦੇ ਰਹੇ ਨੇ। ਭਾਵੇਂ ਸਰਕਾਰ ਦਾਅਵਾ ਕਰ ਰਹੀ ਹੈ ਵੀ ਅਸੀਂ 25% ਨੌਜਵਾਨਾਂ ਨੂੰ ਜਿਹੜਾ ਅੱਗੇ ਕੰਟੀਨਿਊ ਕਰਾਵਾਂਗੇ, ਅਤੇ 75% ਜਿਹੜੇ ਨੌਜਵਾਨ ਰਹਿ ਜਾਣਗੇ ਇਹਨਾਂ ਨੂੰ ਚਾਹੇ ਸੂਬਿਆਂ ਦੀ ਪੁਲਿਸ 'ਚ ਚਾਹੇ ਹੋਰ ਸੁਰੱਖਿਆ ਨਾਲ ਸੰਬੰਧਿਤ ਜਿੰਨੀ ਵੀ ਜਿਹੜਾ ਭਰਤੀ ਹੋਵੇਗੀ ਉਹਦੇ ਵਿੱਚ ਜਿਹੜਾ ਹੈਗਾ ਐਡਜਸਟ ਕੀਤਾ ਜਾਵੇਗਾ। ਪਰ ਇੱਥੇ ਵੱਡਾ ਸਵਾਲ ਇੱਕ ਇਹ ਖੜਾ ਹੁੰਦਾ, ਜੇਕਰ 25% ਨੂੰ 25% ਨੂੰ ਸਰਕਾਰ ਕੰਟੀਨਿਊ ਕਰਵਾਉਂਦੀ ਹੈ ਤਾਂ ਉਸ ਤੋਂ ਬਾਅਦ ਦੇਸ਼ ਦੀ ਸੁਰੱਖਿਆ ਦੇ ਵਿੱਚ ਹੋਰ ਜਿੰਨੀ ਵੀ ਸੁਰੱਖਿਆ ਏਜੰਸੀਆਂ ਨੇ, ਸੂਬਾ ਪੁਲਿਸ ਹੈ, ਜੇਕਰ ਉਸ ਦੇ ਵਿੱਚ ਵੀ ਨੌਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਉਸ ਤੋਂ ਬਾਅਦ ਵੀ ਦੇਸ਼ ਦੇ ਵਿੱਚ 50% ਨੌਜਵਾਨ ਅਜਿਹੇ ਬਚਣਗੇ ਜਿਨ੍ਹਾਂ ਕੋਲ ਕੋਈ ਰੁਜ਼ਗਾਰ ਨਹੀਂ ਹੋਵੇਗਾ, ਜਾਂ ਉਹਨਾਂ ਨੂੰ ਮੁੜ ਤੋਂ ਜਿਹੜਾ ਹੈਗਾ 4 ਸਾਲਾਂ ਬਾਅਦ ਰੁਜ਼ਗਾਰ ਲੱਭਣਾ ਪਵੇਗਾ। ਇਸ ਲਈ ਨੌਜਵਾਨਾਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਨਮੋਸ਼ੀ ਦੇਖਣ ਨੂੰ ਮਿਲ ਰਹੀ ਹੈ। ਨੌਜਵਾਨ ਇਸੇ ਲਈ ਜਿਹੜਾ ਹੈਗਾ ਦੇਸ਼ ਭਰ ਦੇ ਵਿੱਚ ਇਸ ਦਾ ਵਿਰੋਧ ਕਰ ਰਹੇ ਨੇ,
ਤੇ ਸਾਡੇ ਸਾਬਕਾ ਫੌਜੀ ਹੈ, ਸੁਰੱਖਿਆ ਮਾਹਰ ਨੇ, ਉਹ ਵੀ ਇਸ ਗੱਲ ਦੇ, ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ। ਹੁਣ ਲੋੜ ਇਹੀ ਹੈ, ਦੇਸ਼ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਬਹੁਤ ਹੀ ਵਿਗੜਦੇ ਜਾ ਰਹੇ ਨੇ। ਦੇਸ਼ ਭਰ ਦੇ ਵੱਖ-ਵੱਖ ਸੂਬਿਆਂ 'ਚ ਨੌਜਵਾਨ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ, ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਉਹ ਆਪਣੇ ਇਸ ਫੈਸਲੇ 'ਤੇ ਮੁੜ ਜਿਹੜਾ ਹੈਗਾ ਵਿਚਾਰ ਕਰੇ, ਮੁੜ ਰਣਨੀਤੀ ਤਿਆਰ ਕਰੇ, ਸੁਰੱਖਿਆ ਮਾਹਰਾਂ ਨਾਲ ਗੱਲ ਕਰੇ, ਜਿੰਨੇ ਵੀ ਹੋਰ ਵੱਖ-ਵੱਖ ਜਿਹੜੇ ਸੁਰੱਖਿਆ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨਾਲ ਗੱਲ ਕਰੇ, ਤਾਂ ਜੋ ਦੇਸ਼ ਦੇ ਵਿੱਚ ਜਿਹੜਾ ਸਾਡਾ ਨੌਜਵਾਨ ਹੈ ਉਹ ਦੇਸ਼ ਦੀ ਸਰਕਾਰ ਦੇ ਖਿਲਾਫ ਜਿਹੜਾ ਸੰਘਰਸ਼ ਕਰ ਰਿਹਾ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਸਿਰ ਠੱਲ ਕੇ ਪਾਈ ਜਾ ਸਕੇ, ਅਤੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸੁੱਖ ਸ਼ਾਂਤੀ ਨਾਲ ਖੁਸ਼ੀ-ਖੁਸ਼ੀ ਘਰ ਭੇਜਿਆ ਜਾ ਸਕੇ। ਹੁਣ ਲੋੜ ਇਹੀ ਹੈ ਵੀ ਕਿ ਸਰਕਾਰ ਆਪਣੀ ਅਗਨੀਪਥ ਯੋਜਨਾ ਬਾਰੇ ਮੁੜ ਜਿਹੜਾ ਹੈ ਵਿਚਾਰ ਕਰਕੇ ਕੋਈ ਨਾ ਕੋਈ ਸਾਰਥਕ ਇਸ ਦੇ ਨਤੀਜੇ ਕੱਢੇ, ਤਾਂ ਜੋ ਦੇਸ਼ ਦਾ ਨੌਜਵਾਨ ਹੈ ਉਹ ਫੌਜ ਵਿੱਚ ਭਰਤੀ ਹੋਣ ਲਈ ਖੁਸ਼ੀ-ਖੁਸ਼ੀ ਜਿਹੜਾ ਅੱਗੇ ਆਵੇ, ਅਤੇ ਦੇਸ਼ ਦੀ ਸੁਰੱਖਿਆ ਲਈ ਜਿਹੜਾ ਹੈਗਾ ਆਪਣੀ ਡਿਊਟੀ, ਆਪਣੀ ਜ਼ਿੰਮੇਵਾਰੀ ਜਿਹੜਾ ਹੈਗਾ ਬਹੁਤ ਹੀ ਤਨ ਮਨ ਧਨ ਨਾਲ ਨਿਭਾਵੇ। ਪਰ ਦੇਖਣਾ ਇਹੀ ਹੋਵੇਗਾ ਸਰਕਾਰ ਕਦੋਂ ਇਹ ਫੈਸਲਾ ਲੈਂਦੀ ਹੈ, ਕਦੋਂ ਇਸ 'ਤੇ ਵਿਚਾਰ ਕਰਦੀ ਹੈ, ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਵੱਲੋਂ ਅਸੀਂ ਸਮੇਂ-ਸਮੇਂ 'ਤੇ ਤੁਹਾਨੂੰ ਜੋ ਵੀ ਨਵੀਂ ਅਪਡੇਟ ਹੁੰਦੀ ਰਹੇਗੀ, ਜੋ ਵੀ ਘਟਨਾਵਾਂ ਦੇਸ਼ ਪੰਜਾਬ 'ਚ ਵਾਪਰਦੀਆਂ ਰਹਿਣਗੀਆਂ, ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।